5 ਦਿਨ ਤੱਕ ਪੁਲਿਸ ਕਿਹੋ ਜਿਹਾ ਤੇ ਕੀ ਕਰਦੀ ਰਹੀ ਕਿ ਉਹਨੂੰ ਬਚਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸੀ ਜਾਂ ਉਹਨੂੰ ਬਚਾ ਹੀ ਲਿਆ ਗਿਆ। 12 ਘੰਟੇ ਪੁੱਛਗਿੱਛ ਕੀਤੀ ਤੇ 14 ਵਾਰੀ ਉਹਦੇ ਲਈ ਖਾਣਾ ਪਾਣੀ ਆ ਗਿਆ। तो ਫੋਰਚੂਨਰ ਗੱਡੀਆਂ ਥੱਲੇ ਦਰੜਨ ਦੀ ਗੱਲ ਕਰਦਾ ਆ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅਜੇ ਮਿਸ਼ਰਾ ਟੈਣੀ ਹੋਰਾਂ ਦੀ ਸਿਆਸਤ ਜਿਹੜੀ ਆ ਉਹ ਹੁਣ ਸਾਈਡਲਾਈਨ ਕੀਤੀ ਜਾ ਰਹੀ ਹੈ। ਧੌਣ ਤੇ ਗੋਡਾ ਰੱਖਿਆ ਗਿਆ ਹੈਗਾ, ਅਸਤੀਫਾ ਉਹਨਾਂ ਨੂੰ ਦੇਣਾ ਪੈਣਾ। ਐਡੀ ਬੇਸ਼ਰਮੀ ਦਿਖਾਤੀ ਬੀਜੇਪੀ ਨੇ ਯੂਪੀ ਦੇ ਵਿੱਚ ਵੀ ਜਿਹੜਾ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਉਹਦੇ ਹੋਰਡਿੰਗ ਬੋਰਡ ਲਾਤੇ ਨੇ। ਜਿੱਦਾਂ ਸੱਪ ਦੇ ਮੂੰਹ 'ਚ ਕੋੜ ਕਿਲਦੀ ਵਾਲੀ ਗੱਲ ਆ ਬੀਜੇਪੀ ਦੀ ਸਥਿਤੀ ਯੂਪੀ ਦੇ ਵਿੱਚ। ਕਿਰਸਾਨੀ, ਲੋਕਤੰਤਰ, ਸੰਵਿਧਾਨ, ਸਰਕਾਰ ਤੇ ਜਨਤਾ, ਇਸ ਸਮੇਂ ਇਹ ਉਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ। ਕਿਰਸਾਨੀ ਦੀ ਚਰਚਾ ਇਸ ਕਰਕੇ ਕਿ ਕਿਸਾਨ ਅੰਦੋਲਨ ਤੇ ਬੈਠੇ ਨੇ। ਸੰਵਿਧਾਨ ਦੀ ਚਰਚਾ ਇਸ ਕਰਕੇ ਕਿ ਸੂਬੇ ਕਹਿੰਦੇ ਆ ਕਿ ਸੰਘੀ ਢਾਂਚੇ ਦੇ ਵਿੱਚ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ, ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ। ਇਹਦੇ ਤੋਂ ਇਲਾਵਾ ਸਰਕਾਰਾਂ ਦੀ ਗੱਲ ਇਸ ਕਰਕੇ ਚੱਲਦੀ ਹੈ ਕਿ ਸਰਕਾਰਾਂ ਨਿਰੰਕੁਸ਼ ਹੁੰਦੀਆਂ ਜਾ ਰਹੀਆਂ ਨੇ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਹਨਾਂ ਦੇ ਹੱਲ ਕਰਨ ਦੇ ਵੱਲ ਘੱਟ ਧਿਆਨ ਆ। ਆਪਣੇ ਵਿਗਿਆਪਨਾਂ ਦੇ ਰਾਹੀਂ ਵਡਿਆਈ ਕਰਨ ਦੇ ਵਿੱਚ ਤੇ ਆਪਣੀ ਮਨਮਰਜ਼ੀ ਕਰਨ ਦੇ ਵਿੱਚ ਇਹਨਾਂ ਦਾ ਵੱਧ ਧਿਆਨ ਲੱਗਦਾ ਆ। ਹੁਣ ਇਸ ਸਭ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਵਾਪਰਿਆ ਆ ਜਿਹੜਾ ਅਕਸਰ ਧਿਆਨ ਖਿੱਚਦਾ ਹੈ। ਜੋ ਲਖੀਮਪੁਰ ਖੇੜੀ ਦੇ ਵਿੱਚ ਵਾਪਰਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਸੀ, ਜਿਹਨੇ ਸਰਕਾਰ, ਕਿਸਾਨ, ਪ੍ਰਦਰਸ਼ਨ, ਸੰਵਿਧਾਨ, ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਜਗ੍ਹਾ ਤੇ ਲਿਆ ਕੇ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੱਤਾ ਕਿ ਜੋ ਚਿੰਤਾਵਾਂ ਜਤਾਈਆਂ ਜਾ ਰਹੀਆਂ ਸੀਗੀਆਂ ਇਹ ਘਟਨਾ ਜਿਹੜੀ ਹੈ ਉਸ ਚਿੰਤਾ ਦਾ ਜਿਉਂਦਾ ਜਾਗਦਾ ਸਬੂਤ ਹੈ। ਅੱਜ ਇਸ ਮਾਮਲੇ ਦੇ ਵਿੱਚ ਅਜੇ ਮਿਸ਼ਰਾ ਦੇ ਪੁੱਤ ਨੂੰ, ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੇ 3 ਦਿਨ ਦੇ ਪੁਲਿਸ ਰਿਮਾਂਡ ਤੇ ਉਹਨੂੰ ਭੇਜ ਦਿੱਤਾ ਗਿਆ। ਅੱਗੇ ਕੀ ਕੁਝ ਹੋ ਵਾਪਰ ਸਕਦਾ, ਕਿੱਦਾਂ ਦੀਆਂ ਸੰਭਾਵਨਾਵਾਂ ਨੇ, ਉਹਦੇ ਬਾਰੇ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਹੋਰੀ ਮੌਜੂਦ ਨੇ। ਨੌਲੀ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇਸ ਵੀਰ ਨੂੰ ਨੌਲੀ ਸਾਹਿਬ, 3 ਤਰੀਕ ਨੂੰ ਘਟਨਾ ਵਾਪਰਦੀ ਹੈ, 3 ਤੋਂ ਬਾਅਦ 5 ਤਰੀਕ ਨੂੰ ਜਾ ਕੇ 4-5 ਨੂੰ ਜਾ ਕੇ ਪਰਚਾ ਦਰਜ ਹੁੰਦਾ ਤੇ ਫਿਰ ਅਖੀਰ ਕਿੰਨਾ ਕੁਝ ਹੋਣ ਤੋਂ ਬਾਅਦ ਜਿਹੜਾ ਉਹ ਇਹ ਅਰੈਸਟ ਵੀ ਨਹੀਂ ਕਹਿ ਸਕਦੇ ਕਿ ਉਹ ਆਪ ਆਣ ਕੇ ਪੇਸ਼ ਹੁੰਦਾ ਤੇ ਤਾਂ ਜਾ ਕੇ ਜਿਹੜੀ ਅੱਗੇ ਕਾਰਵਾਈ ਚੱਲਦੀ ਆ। ਹੁਣ 3 ਦਿਨ ਦਾ ਪੁਲਿਸ ਰਿਮਾਂਡ, ਉਹੀ ਪੁਲਿਸ ਜਿਹੜੀ ਗ੍ਰਿਫਤਾਰ ਕਰਨ ਨੂੰ ਪਹਿਲਾਂ ਤਿਆਰ ਨਹੀਂ ਸੀ, ਉਹ ਜੱਜ ਦੇ ਸਾਹਮਣੇ ਤਰਲੋ ਮੱਛੀ ਹੋਈ ਨਜ਼ਰ ਆ ਰਹੀ ਸੀ ਰਿਮਾਂਡ ਲੈਣ ਦੇ ਲਈ। ਜਸਵੀਰ ਜੀ, ਜੇ ਇਹਦੇ ਵਿੱਚ ਸਭ ਤੋਂ ਵੱਡੀ ਜਾਣੀ ਕਿ ਹੈਗਾ ਵੀ ਜਿਹੜੀ ਯੂਪੀ ਦੀ ਪੁਲਿਸ ਹੈਗੀ ਆ ਉਹਦੇ 'ਤੇ ਵੱਡੇ ਸਵਾਲ ਖੜੇ ਹੁੰਦੇ ਆ। ਉਹਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ, ਇਹ ਸਾਰੇ ਘਟਨਾਕ੍ਰਮ ਨੂੰ ਜਿਹਨੇ ਸਾਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਬੀਜੇਪੀ ਵਾਲਿਆਂ ਦੀ ਤਾਂ ਨੈਤਿਕਤਾ ਖੂਹ ਖਾਤੇ ਹੀ ਪਈ ਇਹ 'ਚ ਨਜ਼ਰ ਆਈ ਸਾਰੇ ਦੇਸ਼ ਦੇ ਲੋਕਾਂ ਨੂੰ। ਜਿੰਨੇ ਲੋਕ ਦੁਖੀ ਹੋਏ, ਜਿੱਦਾਂ ਦੀ ਕਰੂਰਤਾ ਵਰਤੀ ਗਈ, ਉਹ ਇੱਕ ਦਿਲ ਹਿਲਾਉਣੇ ਵਾਲੀ ਸੀਗੀ। ਕਿ ਤੁਸੀਂ ਬਾਰ-ਬਾਰ ਉਸ ਵੀਡੀਓ ਨੂੰ ਦੇਖ ਨਹੀਂ ਸਕਦੇ। ਜਿਹੜੀ ਯੂਪੀ ਪੁਲਿਸ ਦੀ ਕਾਰਗੁਜ਼ਾਰੀ ਆ ਉੱਤੇ ਸਵਾਲ ਇਸ ਕਰਕੇ ਖੜੇ ਹੁੰਦੇ ਆ, ਜਿਹੜੀ ਸੁਪਰੀਮ ਕੋਰਟ ਨੇ ਵੀ ਝਾੜ ਇਹਨਾਂ ਨੂੰ ਪਾਈ ਹੈ ਵੀ ਜਦੋਂ FIR ਦਰਜ ਹੁੰਦੀ ਆ, ਜਿਹੜਾ ਦੋਸ਼ੀ ਆ, ਮੁਲਜ਼ਮ ਹੈਗਾ 302 ਦੇ ਵਿੱਚ ਪਰਚਾ ਦਰਜ ਜੇ 'ਤੇ ਹੈਗਾ ਆਸ਼ੀਸ਼ ਮਿਸ਼ਰਾ, ਉਹ ਤਾਂ TV ਚੈਨਲਾਂ ਨੂੰ ਦੱਸ ਰਿਹਾ ਹੈਗਾ ਆਪਣੀ ਗੱਲਬਾਤ ਸਾਰੀ, ਪਰ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ 5 ਦਿਨ ਲੱਗ ਜਾਂਦੇ। ਇਹ ਇੱਕ ਵੱਡਾ ਸਵਾਲ ਆ ਕਿ 5 ਦਿਨ ਤੱਕ ਪੁਲਿਸ ਕਿਹੋ ਜਿਹਾ ਤੇ ਕੀ ਕਰਦੀ ਰਹੀ ਕਿ ਉਹਨੂੰ ਬਚਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸੀ ਜਾਂ ਉਹਨੂੰ ਬਚਾ ਹੀ ਲਿਆ ਗਿਆ। ਤੇ ਇਹ ਹੁਣ ਗ੍ਰਿਫਤਾਰੀ ਦਾ ਜਿਹੜਾ ਡਰਾਮਾ ਆ ਇਹ ਇੱਕ ਜਿੱਦਾਂ ਹੰਝੂ ਪੁੰਝਣ ਵਾਲੀ ਗੱਲ ਲੱਗ ਰਹੀ ਹੈਗੀ। ਫਿਰ ਉਹਦੇ ਤੋਂ ਹੁਣ 150 ਸਵਾਲ ਜਿਹੜਾ ਉਦੋਂ ਪੁੱਛਿਆ ਗਿਆ ਸੀ, ਜਦੋਂ ਉਦੋਂ ਵੀ 3 ਦਿਨ ਦਾ ਰਿਮਾਂਡ ਜਿਹੜਾ ਲਿਆ ਸੀ, ਮੰਗਿਆ ਸੀ ਪੁਲਿਸ ਨੇ, ਤੇ ਉਹਨਾਂ ਦੇ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਕਿਹਾ ਸੀਗਾ ਵੀ ਮੇਰੇ ਜਿਹੜਾ ਮੁਵੱਕਲ ਹੈਗਾ ਉਹਨੇ ਸਾਰੇ ਸਵਾਲਾਂ ਦੇ ਜਵਾਬ ਲਿਖਤ ਰੂਪ 'ਚ ਦਿੱਤੇ ਆ, ਇਸ ਕਰਕੇ ਰਿਮਾਂਡ ਦੀ ਕੋਈ ਤੁੱਕ ਨਹੀਂ ਬਣਦੀ। ਸਰਕਾਰੀ ਧਿਰ ਨੇ ਕਿਹਾ ਸੀ ਵੀ ਅਜੇ ਹੋਰ ਪੁੱਛਗਿੱਛ ਕਰਨ ਦੀ ਲੋੜ ਹੈਗੀ ਆ, ਤੇ ਅਦਾਲਤ ਨੇ ਜਿਹੜਾ ਹੈਗਾ ਉਹਦੀ ਤਰੀਕ ਪਾਤੀ ਸੀ ਅੱਜ ਦੀ ਜਿਹੜੀ, ਉਦੋਂ ਵੀ 3 ਦਿਨ ਦਾ ਰਿਮਾਂਡ ਮੰਗਿਆ ਜਿਹੜਾ ਕਿ ਅੱਜ ਉਹਨਾਂ ਨੂੰ ਦੇ ਦਿੱਤਾ ਗਿਆ। ਹੁਣ
ਇੱਥੇ ਜੇ ਪੁਲਿਸ ਆਪਣਾ ਸਹੀ ਢੰਗ ਨਾਲ ਕੰਮ ਕਰਦੀ, ਦੇਖੋ ਸਵਾਲੀਆ ਨਿਸ਼ਾਨ ਤਾਂ ਸੁਪਰੀਮ ਕੋਰਟ ਨੇ ਹੀ ਪੁਲਿਸ ਦੇ ਉੱਤੇ ਲਾ ਦਿੱਤਾ। ਸਭ ਤੋਂ ਵੱਡਾ ਨਿਸ਼ਾਨ ਵੀ ਤੁਸੀਂ ਕੀ ਇੱਦਾਂ ਦਾ ਵਿਵਹਾਰ ਦੂਜੇ ਮੁਲਜ਼ਮਾਂ ਨਾਲ ਵੀ ਕਰਦੇ ਆ। ਇਹ ਗੱਲ ਆਪਾਂ ਜਦੋਂ ਇਹ ਘਟਨਾ ਵਾਪਰੀ ਸੀਗੀ ਉਦੋਂ ਵੀ ਇਹ ਗੱਲ ਨੂੰ ਉਠਾਇਆ ਸੀ ਕਿ ਇਹ ਵਿਅਕਤੀ ਵਿਸ਼ੇਸ਼ ਜਿਹੜਾ ਮੰਤਰੀ ਦਾ ਪੁੱਤਰ ਹੈਗਾ ਉਹਨੂੰ ਕਿਉਂ ਇੱਦਾਂ ਦਾ ਛੋੜ ਦਿੱਤੀ ਜਾ ਰਹੀ ਹੈ। ਵੀ FIR 'ਚ ਨਾਂ ਦਰਜ ਹੋ ਗਿਆ, ਹਾਲਾਂਕਿ ਮੰਤਰੀ ਦਾ ਵੀ ਨਾਂ ਹੈਗਾ, ਉਹਦੇ ਤੇ 120 ਦੀ ਧਾਰਾ ਲੱਗੀ ਹੋਈ ਆ ਤੇ ਇਹਦੇ ਤੇ ਤਾਂ ਸਿੱਧਾ ਹੈਗਾ ਕਤਲ ਦਾ, ਜਾਣੀ ਕਿ ਮੁਕੱਦਮਾ ਹੈਗਾ 302 ਦਾ, ਜਾਣੀ ਕਿ ਇਹ ਬਹੁਤ ਖਤਰਨਾਕ ਜਾਣੀ ਕਿ ਧਾਰਾ ਹੈਗੀ ਆ। ਇਹਦੇ ਵਿੱਚ ਜ਼ਮਾਨਤ ਜਿਹੜੀ ਆ ਉਹ ਵੀ ਮਿਲਣੀ ਬੜੀ ਔਖੀ ਹੁੰਦੀ ਆ, ਬੜਾ ਟਾਈਮ ਲੱਗਦਾ। ਪਰ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰੋਂ ਜਾਣੀ ਕਿ ਉੱਥੇ ਦੇ ਜਿਹੜੇ ਵੱਡੇ ਪੁਲਿਸ ਅਫਸਰ ਆ ਸੇਵਾ ਮੁਕਤ ਵੀ ਹੋ ਚੁੱਕੇ ਹੈਗੇ ਆ, ਉਹਨਾਂ ਦੀ ਵੀ ਰਾਏ ਇਹੋ ਹੀ ਸੀ ਕਿ ਪੁਲਿਸ ਨੇ ਜਿਹੜਾ ਮੁਲਜ਼ਮ ਨੂੰ ਬਚਾਉਣ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਸੀ, ਤਾਂ ਇੰਨਾ ਸਮਾਂ ਲੱਗਾ। ਨਹੀਂ ਤਾਂ ਜਦੋਂ ਉਹ TV ਚੈਨਲਾਂ 'ਤੇ ਗੱਲ ਕਰ ਰਿਹਾ ਹੈਗਾ ਤੁਸੀਂ ਉਦੋਂ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ। ਤੁਹਾਨੂੰ ਚੀਜ਼ ਹੋਰ ਵੀ ਸੀਗੀ ਨੌਲੇਜ ਸਾਹਿਬ, ਜਿਹੜੀ ਵੀਡੀਓ ਦੀਆਂ ਪੈਨ ਡਰਾਈਵ ਦੇ ਵਿੱਚ ਲਿਜਾਇਆ ਕੇ ਲੈ ਕੇ ਉਹਨੇ ਪੁਲਿਸ ਨੂੰ ਦਿਖਾਈਆਂ ਸੀਗੀਆਂ ਆਸ਼ੀਸ਼ ਮਿਸ਼ਰਾ ਨੇ ਕਿ ਮੈਂ ਤਾਂ ਉਦੋਂ ਦੰਗਲ 'ਚ ਸੀ। ਇਹ ਪਤਾ ਲੱਗਾ ਕਿ ਉਹ ਜਿਹੜਾ ਘਟਨਾ ਦਾ ਸਮਾਂ ਆ ਕੋਈ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਦਾ ਸਮਾਂ, ਉਸ ਸਮੇਂ ਦੇ ਦਰਮਿਆਨ ਉਸ ਦੰਗਲ 'ਚੋਂ ਗਾਇਬ ਪਾਇਆ ਗਿਆ। ਉਹ ਸਪਸ਼ਟੀਕਰਨ ਨਹੀਂ ਦੇ ਪਾਇਆ। ਫਿਰ ਇੱਕ ਵੀਡੀਓ ਇਹ ਸੀ ਜਿਹਦੇ 'ਚ ਕੱਪੜੇ ਬਦਲੇ ਹੋਏ ਸੀਗੇ, ਉਹ ਸਪਸ਼ਟ ਨਹੀਂ ਕਰ ਪਾਇਆ। ਬਹੁਤੇ ਸਵਾਲਾਂ ਦੇ ਜਵਾਬ ਸੰਤੁਸ਼ਟੀਜਨਕ ਨਹੀਂ ਦਿੱਤੇ, ਤੇ ਜੇ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤੇ 12 ਘੰਟੇ ਦੀ ਪੁੱਛਗਿੱਛ ਤੁਸੀਂ ਉਹਦੇ ਤੋਂ ਕੀਤੀ ਹੈ, 12 ਘੰਟੇ ਅੱਛਾ ਪੁੱਛਗਿੱਛ ਕੀਤੀ ਹੈ ਤੇ 14 ਵਾਰੀ ਉਹਦੇ ਲਈ ਖਾਣਾ ਪਾਣੀ ਆ ਗਿਆ ਪੁੱਛਗਿੱਛ ਦੇ ਦਰਮਿਆਨ। ਮਤਲਬ ਤੁਸੀਂ ਘਰੇ ਕੋਈ ਫੰਕਸ਼ਨ ਰੱਖਿਆ ਹੋਇਆ ਸੀ ਜਿਹਦਾ ਕਰਕੇ ਚਾਹ ਪਾਣੀ ਪਿਲਾਉਣ ਰਹੇ ਸੀਗੇ, ਇੱਕ ਦੇ ਕਤਲ ਦੇ ਦੋਸ਼ੀ ਤੋਂ ਪੁੱਛਗਿੱਛ ਕਰ ਰਹੇ ਹੋ ਵੀ ਇਸ ਤਰੀਕੇ ਨਾਲ। ਆਪਣੀ ਜਸਵੀਰ ਜੀ ਇੱਥੇ ਤਾਂ ਤੁਸੀਂ ਦੇਖ ਲਓ ਵੀ ਜਿਹੜੀ ਅੱਗੇ ਵੀ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਉੱਥੋਂ ਇਹਨਾਂ ਬਜ਼ੁਰਗ ਨੂੰ ਜਿਹੜਾ ਵਿਚਾਰਾ ਸੀਪਰ ਪਾਣੀ ਪੀਣ ਦੇ ਲਈ ਸੀਪਰ ਆਪਣਾ ਮੰਗਦਾ ਜਾਣੀ ਕਿ ਉਹ ਮਰ ਗਿਆ, ਉਹਨੂੰ ਤੁਸੀਂ ਸੀਪਰ ਤੱਕ ਨਹੀਂ ਦਿੱਤਾ। ਪੁਲਿਸ ਦੀ ਇੰਨੀ ਕਰੂਰਤਾ ਸੀਗੀ। ਤੇ ਹੁਣ ਜਾਣੀ ਕਿ ਤੁਸੀਂ ਮੰਤਰੀ ਦੇ ਪੁੱਤਰ ਨੂੰ ਜਾਣੀ ਕਿ ਲਾਚੀਜ਼ ਜਿਹੜੇ ਖਾਣੇ ਉਹਦੇ ਲਈ ਆ ਰਹੇ, ਉਹ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਗਏ ਉਹਨੂੰ। ਦੂਜੇ ਉਹੀ ਗੱਲ ਫਿਰ ਆ ਜਾਂਦੀ ਆ ਕਿ ਜਿਹੜੀ ਯੂਪੀ ਦੀ ਪੁਲਿਸ ਆ ਇਹਦੀ ਕਾਰਗੁਜ਼ਾਰੀ ਸ਼ੱਕੀ ਆ, ਤੇ ਸ਼ੱਕੀ ਕਾਰਗੁਜ਼ਾਰੀ ਤੋਂ ਤੁਸੀਂ ਇਨਸਾਫ ਦੀ ਉਮੀਦ ਨਹੀਂ ਰੱਖ ਸਕਦੇ। ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਆ ਹੁਣ ਤੁਸੀਂ ਦੇਖੋ ਵੀ ਜਿੰਨੇ ਉੱਥੇ ਵਿਅਕਤੀ ਜਾਣੀ ਕਿ ਜਿਹੜੇ ਇਸ ਘਟਨਾ ਦੇ ਦੌਰਾਨ ਆਪਣੀ ਜਾਨ ਗਵਾ ਚੁੱਕੇ ਆ, ਖਾਸ ਕਰਕੇ ਕਿਸਾਨ ਤੇ ਇੱਕ ਜਿਹੜਾ ਪੱਤਰਕਾਰ, ਉਹਨਾਂ ਨੂੰ ਭਾਵੇਂ ਛੱਤੀਸਗੜ੍ਹ ਦੀ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ 50-50 ਲੱਖ ਰੁਪਈਆ ਦਿੱਤਾ ਹੈਗਾ, ਤੇ 45-45 ਲੱਖ ਰੁਪਈਆ ਯੂਪੀ ਸਰਕਾਰ ਨੇ ਦਿੱਤਾ। ਇੰਨੇ ਜੇ ਦੇਖਿਆ ਜਾਵੇ ਤਾਂ ਅਮਾਊਂਟ ਕਾਫੀ ਵੱਡੀ ਹੈ, 1.5 ਕਰੋੜ ਰੁਪਈਆ ਹੋ ਜਾਂਦਾ। ਪਰ ਉਹ ਬੰਦੇ ਦੀ ਕੀਮਤ ਅਸੀਂ 1.5 ਕਰੋੜ ਨਹੀਂ ਮੰਨ ਸਕਦੇ, ਪਰ ਇੱਕ ਜਾਣੀ ਕਿ ਤੁਹਾਨੂੰ ਜੀਵਨ ਬਸਰ ਕਰਨ ਦੇ ਲਈ, ਲੋੜਾਂ ਪੂਰੀਆਂ ਕਰਨ ਦੇ ਲਈ ਉਹ ਹੈ ਠੀਕ ਠਾਕ ਵੀ ਤੁਸੀਂ ਆਪਣਾ ਕੋਈ ਕਾਰੋਬਾਰ ਵੀ ਚਲਾ ਸਕਦੇ। ਪਰ ਇੰਨੀ ਅਮਾਊਂਟ ਮਿਲਣ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਦਰਦ ਆ ਉਹ ਇਹ ਰਕਮ ਮੈਨੇ ਨਹੀਂ ਰੱਖਦੀ ਉਹਨਾਂ ਲਈ। ਉਹ ਇਹੋ ਹੀ ਗੱਲ ਇੱਕੋ ਗੱਲ ਕਰਦੇ ਆ, ਕਹਿੰਦੇ ਪੈਸੇ ਦੀ ਲੋੜ ਨਹੀਂ ਸਾਨੂੰ, ਪਰ ਇਨਸਾਫ ਚਾਹੀਦਾ। ਉਹ ਸਾਰੀਆਂ ਤਰ੍ਹਾਂ ਇੱਕੋ ਹੀ ਚੀਜ਼ ਮੰਗ ਰਹੀਆਂ, ਉਹ ਹੈਗਾ ਇਨਸਾਫ, ਤੇ ਇਨਸਾਫ ਦੀ ਉਮੀਦ ਨਹੀਂ ਹੈਗੀ। ਇਨਸਾਫ ਦੀ ਉਮੀਦ ਤੁਸੀਂ ਕਹਿੰਦੇ ਆ ਕਿ ਨਹੀਂ ਹੈਗੀ, ਪਰ ਹੁਣ ਜਿਹੜਾ ਆ ਉਹ 12 ਤਰੀਕ ਨੂੰ ਲਖੀਮਪੁਰ ਖੇੜੀ ਦੇ ਵਿੱਚ ਸ਼ਹੀਦ ਸਮ੍ਰਿਤੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ, ਔਰ ਉਸ ਸ਼ਹੀਦ ਸਮ੍ਰਿਤੀ ਦਿਵਸ ਦੇ ਵਿੱਚ ਫੈਸਲਾ ਲਿਆ ਜਾਏਗਾ ਕਿਸਾਨ ਜਥੇਬੰਦੀਆਂ ਦੇ ਅਗਲਾ। ਔਰ ਉਹ ਫੈਸਲੇ ਜਿਹੜੇ ਪਹਿਲਾਂ ਉਹਨਾਂ ਨੇ ਇਸ਼ਾਰੇ ਕੀਤੇ ਆ ਕਿ ਅਸੀਂ 15 ਤਰੀਕ ਨੂੰ ਜਿਹੜਾ ਦੁਸਹਿਰੇ ਦੇ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਯੂਪੀ ਦੇ ਉਹਨਾਂ ਦੇ ਪੁਤਲੇ ਫੂਕਾਂਗੇ। ਫਿਰ ਉਹਦੇ ਤੋਂ ਬਾਅਦ 18 ਤਰੀਕ ਨੂੰ ਰੇਲ ਰੋਕੋ ਪ੍ਰੋਗਰਾਮ ਰੱਖਿਆ ਗਿਆ। 26 ਤਰੀਕ ਨੂੰ ਜਿਹੜਾ ਲਖਨਊ ਦੇ ਵਿੱਚ ਇੱਕ ਮਹਾ ਪੰਚਾਇਤ ਦਾ ਵੀ ਐਲਾਨ ਜਿਹੜਾ ਕੀਤਾ ਗਿਆ। ਲੱਗਦਾ ਕਿ ਗ੍ਰਿਫਤਾਰੀ, ਪੁਲਿਸ ਰਿਮਾਂਡ, ਇਹਦੇ ਤੋਂ ਬਾਅਦ ਕੁਝ ਨਰਮੀ ਇਹਨਾਂ ਐਲਾਨਾਂ ਦੇ ਵਿੱਚ ਆ ਸਕਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਜਥੇਬੰਦੀਆਂ ਉਸੇ ਤੇ ਬਜ਼ਿੱਦ ਰਹਿਣਗੀਆਂ ਚੀਜ਼ ਦੇ ਉੱਤੇ ਔਰ ਇਨਸਾਫ ਲਈ ਹੋਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਇਕੱਲੀ ਗ੍ਰਿਫਤਾਰੀ ਨਹੀਂ, ਮੰਤਰੀ ਦੇ ਅਸਤੀਫੇ ਦੀ ਵੀ ਮੰਗ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਕਿ ਪਹਿਲਾਂ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਹੀ 2-3 ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਰੱਖੀਆਂ ਸੀ, ਖਾਸ ਕਰਕੇ ਟਕੈਤ ਸਾਹਿਬ ਨੇ, ਉਹ 'ਚ ਇਹੋ ਹੀ ਗੱਲ ਸੀ ਬਈ ਮੰਤਰੀ ਦੇ ਪੁੱਤਰ ਦੀ ਗ੍ਰਿਫਤਾਰੀ
ਮੰਤਰੀ ਦਾ ਅਸਤੀਫਾ ਤੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਉਹਨਾਂ ਨੂੰ ਮੁਆਵਜ਼ਾ ਤੇ ਸਰਕਾਰ ਦੀ ਨੌਕਰੀ। ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਿੰਨੀ ਤੇ ਕੁਝ ਘਟਨਾ ਵਾਪਰਨ ਦੇ ਕੁਝ ਘੰਟਿਆਂ ਬਾਅਦ ਹੀ ਇਹ ਮੰਗਾਂ ਜਿਹੜੀਆਂ ਉਹਨਾਂ ਦੀਆਂ ਮੰਨ ਲਈਆਂ ਗਈਆਂ ਕਾਫੀ ਹੱਦ ਤੱਕ। ਤੁਸੀਂ ਦੇਖੋ ਫਿਰ ਜਿਹੜੀ FIR ਵੀ ਦਰਜ ਹੋਈ ਆ, ਉਹਨਾਂ ਨੇ ਕਿਹਾ ਵੀ FIR ਦਰਜ ਅਸੀਂ ਮੰਤਰੀ ਦੇ ਪੁੱਤਰ ਵਿਰੁੱਧ ਕਰ ਲਵਾਂਗੇ। ਕੈਦ ਸਾਹਿਬ ਨੇ ਇਹ ਕਿਹਾ ਵੀ ਨਹੀਂ, FIR ਆਉਂਗੀ ਸਾਡੇ ਕੋਲ ਫਿਰ ਅਸੀਂ ਗੱਲ ਕਰਾਂਗੇ। 1 ਘੰਟੇ ਦੇ ਵਿੱਚ ਉਹਨੇ FIR ਦੀ ਕਾਪੀ ਜਿਹੜੀ ਆ ਉਹ ਲਿਆ ਕੇ ਦਿੱਤੀ ਜਿਹਦੇ ਵਿੱਚ ਉਹਦਾ ਨਾਂ ਸੀ। ਹੁਣ ਉਹ ਇੱਕ ਵੱਡਾ ਜਾਣੀ ਕਿ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਕਿ 12 ਤਰੀਕ ਨੂੰ ਜਿਹੜਾ ਸ਼ਹੀਦੀ ਸਮਾਗਮ ਆ, ਉਹਨਾਂ ਦੀ ਅੰਤਮ ਅਰਦਾਸ ਹੋਣੀ ਆ ਉਹਨਾਂ ਸ਼ਹੀਦਾਂ ਦੀ, ਕਿਸਾਨਾਂ ਦੀ, ਉਹਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਗਾਹ ਦਿੱਤਾ ਜਾ ਰਿਹਾ, ਇਸ ਅੰਦੋਲਨ ਦੇ ਵਿੱਚ ਇਸ ਘਟਨਾ ਨੇ ਇੱਕ ਨਵੀਂ ਰੂਹ ਫੂਕੀ ਹੈ। ਉਹ ਜਿਹੜੀ ਸੰਘਰਸ਼ ਦੀ ਜਿਹੜੀ ਮਸ਼ਾਲ ਲੈ ਕੇ ਚੱਲੇ ਆ, ਉਹਦੇ ਵਿੱਚ ਇਹਨਾਂ ਸ਼ਹੀਦਾਂ ਦਾ ਖੂਨ ਜਿਹੜਾ ਉਹ ਹੁਣ ਵਲ ਰਿਹਾ ਹੈਗਾ। ਤੇ ਜਿਹੜੀ ਤੁਸੀਂ ਨਰਮੀ ਦੀ ਗੱਲ ਕਰਦੇ ਹੋ, ਉਹ ਨਰਮੀ ਨਹੀਂ ਹੋਣੀ, ਕਿਉਂਕਿ ਇਹ ਗੱਲ ਹੁਣ ਬਹੁਤ ਸਾਰੀ ਉਹ ਤੋਂ ਗਾਂਹ ਚਲ ਗਈ ਹੈ। ਜਿਹੜਾ ਅਸਤੀਫਾ ਆ ਜਾਂ ਇਹ ਹੁਣ ਉੱਦਾਂ ਕੜਿੱਕੀ 'ਚ ਉਹ ਫਸ ਗਿਆ ਹੈਗਾ, ਐਡਾ ਸੌਖਾ ਨਹੀਂ ਹੈਗਾ। ਉਹਨੂੰ ਜ਼ਮਾਨਤ ਜਿਹੜੀ ਆ, ਜੇ ਹਾਲਾਂਕਿ ਕਾਨੂੰਨ ਅਨੁਸਾਰ ਜੇ ਮਿਲਦੀ ਤਾਂ ਦਿੱਤੀ ਹੋ ਵੀ ਸਕਦੀ ਆ, ਪਰ ਇਹ ਇੱਦਾਂ ਦਾ ਹਾਈ ਪ੍ਰੋਫਾਈਲ ਕੇਸ ਬਣ ਗਿਆ ਹੈਗਾ ਜਿਹਦੇ 'ਤੇ ਸਾਰੇ ਦੇਸ਼ ਦੀਆਂ ਨਹੀਂ, ਦੁਨੀਆ ਭਰ ਦੇ ਦੇਸ਼ਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ, ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਬਹੁਤ ਠੋਕ ਵਜਾ ਕੇ ਕਰਦੇ ਆ। ਇਹ ਤੁਸੀਂ ਦੇਖੋ ਵੀ ਕਿਸਾਨ ਅੰਦੋਲਨ ਨੂੰ ਇਹ ਪਹਿਲੀ ਵਾਰ ਹੋਇਆ ਹੋਣਾ ਵੀ ਇੰਨੀ ਜਿਹੜੀ ਆ ਵਿਸ਼ਵ ਵਿਆਪੀ ਕਵਰੇਜ ਉਹ ਮਿਲੀ ਆ, ਦੁਨੀਆ ਭਰ ਦੇ ਮੀਡੀਆ ਨੇ ਇਹਨੂੰ ਦੇਖਿਆ ਹੈਗਾ। ਹੁਣ ਆਹ ਘਟਨਾ ਨੇ ਤਾਂ ਹਿੰਦੁਸਤਾਨ ਦੇ ਲੋਕਾਂ ਨੂੰ ਹੀ ਨਹੀਂ, ਸਰਕਾਰ ਨੂੰ ਹੀ ਨਹੀਂ, ਪੂਰੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ ਲੜਦੇ ਆ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈਗਾ। ਇਸ ਕਰਕੇ ਇਹ ਜਿਹੜੀ ਜ਼ਮਾਨਤ ਆ ਉਹ ਮਿਲਣੀ, ਉਹਨੂੰ ਦੇਣੀ, ਕੋਈ ਇੱਦਾਂ ਦਾ ਪ੍ਰਭਾਵ ਅਦਾਲਤਾਂ ਵੀ ਨਹੀਂ ਛੱਡਣਾ ਚਾਹੁੰਦੀਆਂ ਹੋਣਗੀਆਂ ਵੀ ਕਿਸੇ ਦਬਾਅ ਦੇ ਹੇਠ ਆ ਕੇ ਦੇ ਦਿੱਤਾ ਗਿਆ। ਆਮ ਤੌਰ 'ਤੇ ਉੱਤੇ 6 ਮਹੀਨੇ ਤੱਕ ਤਾਂ 302 ਦੇ ਮੁਲਜ਼ਮ ਦੀ ਜ਼ਮਾਨਤ ਹੁੰਦੀ ਹੀ ਨਹੀਂ। ਤੇ ਇਹ ਜੇ 6 ਮਹੀਨੇ ਵੀ ਉਹ ਜੇਲ੍ਹ 'ਚ ਰਹਿ ਜਾਂਦਾ, ਮੈਂ ਕਹਿੰਦਾ ਇਹ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈਗੀ ਆ। ਤੇ ਉਹਨੂੰ ਗਾਂਹ ਸਜ਼ਾ ਦਿਵਾਉਣ ਤੱਕ ਜਦੋਂ ਗੱਲ ਜਾਂਦੀ ਆ, ਇਹ ਹੋਰ ਵੀ ਗਾਂਹ ਇੱਕ ਨਵਾਂ ਇਤਿਹਾਸ ਸਿਰਜੂਗੀ ਕਿ ਇਸ ਘਟਨਾ ਦੇ ਉੱਤੇ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਆ ਉਹਨੇ ਕਿੱਦਾਂ ਪਹਿਰਾ ਦਿੱਤਾ। ਇਹ ਇਸ ਵੇਲੇ ਉਹਨਾਂ ਮਾਪਿਆਂ ਦਾ ਕੇਸ ਨਹੀਂ ਹੈਗਾ ਵੀ ਉਹ ਉਹਨਾਂ ਨੇ ਲੜਨਾ ਹੈਗਾ, ਇਹ ਦੇਸ਼ ਦੇ ਲੋਕਾਂ ਦਾ ਤੇ ਉਹ ਜਥੇਬੰਦੀਆਂ ਦਾ ਕੇਸ ਹੈ ਜਿਹੜੀ ਇਹਦੀ ਅਗਵਾਈ ਕਰ ਰਿਹਾ। ਇਸ ਚੀਜ਼ ਹੋ ਰਿਹਾ ਨੌਲੀ ਸਾਹਿਬ, ਮੈਨੂੰ ਲੱਗਦਾ ਕਿ ਜਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ, ਜਥੇਬੰਦੀਆਂ ਨੇ ਅਸਤੀਫਾ ਮੰਗਿਆ, ਨਹੀਂ ਦਿੱਤਾ ਗਿਆ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਵੱਲੋਂ। ਅਮਿਤ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ, ਨਹੀਂ ਅਸਤੀਫਾ ਲਿਆ ਜਾਂਦਾ। ਵਾਰ-ਵਾਰ ਆਵਾਜ਼ ਉੱਠਦੀ ਹੈ ਕਿ ਨਹੀਂ ਅਸਤੀਫਾ ਦੇਣਗੇ ਤਾਂ ਪੁਲਿਸ ਨਿਰਪੱਖ ਹੋ ਕੇ ਜਾਂਚ ਕਰੇਗੀ। ਹੁਣ ਹੋ ਕੀ ਰਿਹਾ ਯੂਪੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ ਉੱਥੋਂ ਦੇ ਆਗੂ ਦਾ ਬਿਆਨ ਨਿਕਲ ਕੇ ਆਉਂਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸਿਆਸਤ ਫੋਰਚੂਨਰ ਗੱਡੀਆਂ ਦੇ ਥੱਲੇ ਦਰੜਨ ਦੇ ਲਈ ਨਹੀਂ ਆਈ ਸਿਆਸਤ ਦੇ ਵਿੱਚ। ਇਹ ਸਿਆਸਤ ਨਹੀਂ ਹੈ ਸਾਡੀ। ਉਹ ਕਹਿੰਦੇ ਨਾ ਸਾਡੀ ਸਿਆਸਤ ਕਿਸੇ ਨਾਲ ਅਨਿਆਏ ਕਰਨਾ ਆ। ਹੁਣ ਜਦੋਂ ਆਹ ਬਿਆਨ ਆ ਜਾਂਦਾ, ਜਦੋਂ ਫੋਰਚੂਨਰ ਗੱਡੀਆਂ ਥੱਲੇ ਦਰੜਨ ਦੀ ਗੱਲ ਕਰਦਾ ਆ ਉਹ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅਜੇ ਮਿਸ਼ਰਾ ਟੈਣੀ ਹੋਰਾਂ ਦੀ ਸਿਆਸਤ ਜਿਹੜੀ ਆ ਉਹ ਹੁਣ ਸਾਈਡਲਾਈਨ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਹੁਣ ਨਾ ਅਸਤੀਫਾ ਲਿਆ ਗਿਆ ਹੋਵੇ ਕਿਉਂਕਿ ਇਹ ਸੰਕੇਤ ਨਾ ਚੱਲ ਜਾਵੇ ਕਿ ਲੋਕਾਂ ਦੇ ਪ੍ਰਭਾਵ ਦੇ ਥੱਲੇ, ਦਬਾਅ ਦੇ ਥੱਲੇ ਆਣ ਕੇ ਅਸਤੀਫਾ ਲੈ ਲਿਆ। ਜੇ ਥੋੜਾ ਠਹਿਰ ਕੇ ਅਸਤੀਫਾ ਲਿਆ ਜਾਂਦਾ ਤੇ ਫਿਰ ਲੱਗੇਗਾ ਕਿ ਆਪਣੀ ਮਨਮਰਜ਼ੀ ਦੇ ਮੁਤਾਬਕ ਜਦੋਂ ਉਹਨਾਂ ਨੂੰ ਲੱਗਾ ਉਦੋਂ ਅਸਤੀਫਾ ਲੈ ਲਿਆ। ਮਤਲਬ ਟੈਣੀ ਹੋਰਾਂ ਦੇ ਅਹੁਦੇ ਦੇ ਉੱਤੇ ਬੈਠਣ ਦਾ ਵੀ ਸਮਾਂ ਹੁਣ ਥੋੜਾ ਰਹਿ ਗਿਆ, ਇਹ ਮੰਨ ਲਿਆ ਜਾਵੇ। ਬਿਲਕੁਲ ਗੱਲ ਠੀਕ ਹੈ ਜੀ। ਜਿਹੜੀ ਗੱਲ ਦੱਸਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਇਹ ਜੋੜੀ ਜਿਹੜੀ ਆ ਵੀ ਸਰਕਾਰ ਕਮਜ਼ੋਰ ਨਹੀਂ, ਸਰਕਾਰ ਨਹੀਂ, ਉਹ ਕਮਜ਼ੋਰ ਨਹੀਂ ਹੈਗੀ ਉਹਨਾਂ ਦੀ ਲੀਡਰਸ਼ਿਪ, ਉਹ ਇੱਕ ਤਾਕਤਵਰ ਲੀਡਰ ਆ। ਪਰ ਇੱਦਾਂ ਦਾ ਵਹਿਮ ਕਿਸਾਨ ਅੰਦੋਲਨ ਪਹਿਲਾਂ ਵੀ ਤੋੜ ਚੁੱਕਾ, ਕਿਉਂਕਿ ਦੇਸ਼ ਵਿੱਚੋਂ ਉਹਨਾਂ ਨੇ ਧਾਰਾ 370 ਤੋੜੀ, ਕੋਈ ਨਹੀਂ ਬੋਲਿਆ। ਜੰਮੂ ਕਸ਼ਮੀਰ ਦੇ 2 ਟੋਟੇ ਕਰਤੇ, ਕੇਂਦਰੀ ਸ਼ਾਸਿਤ ਰਾਜ ਬਣਾਤੇ, ਕੋਈ ਨਹੀਂ ਬੋਲਿਆ। ਜਿਹੜਾ ਨਾਗਰਿਕਤਾ ਦਾ ਕਾਨੂੰਨ ਹੈਗਾ
ਉਹ ਲੈਣ ਦਾ ਕੋਈ ਨਹੀਂ ਬੋਲਿਆ। ਉਹਨਾਂ ਨੂੰ ਲੱਗਾ ਵੀ ਅਸੀਂ ਜੋ ਕਰਾਂਗੇ, 3 ਤਲਾਕ ਦਾ ਕਾਨੂੰਨ ਲੈਣ ਦਾ 18 ਕਰੋੜ ਦੀ ਆਬਾਦੀ ਆ ਮੁਸਲਮਾਨਾਂ ਦੀ, ਤੋਂ ਵੱਧ ਹੀ ਹੋਣੀ ਹੈ, ਕੋਈ ਨਹੀਂ ਬੋਲਿਆ, ਨਾ ਬੋਲਣ ਦਿੱਤਾ ਉਹਨਾਂ ਨੇ। ਸਾਰਿਆਂ ਨੂੰ ਫੜ ਕੇ ਜੇਲ੍ਹਾਂ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਬੰਦ ਕੀਤਾ। ਇਹ ਜਦੋਂ ਖੇਤੀ ਕਾਨੂੰਨ ਦੇ ਬਿੱਲ ਲਿਆਂਦੇ ਤਾਂ ਪਹਿਲੀ ਵਾਰ ਜਸਵੀਰ ਜੀ ਚੈਲੰਜ ਹੋਇਆ ਮੋਦੀ ਦੀ ਲੀਡਰਸ਼ਿਪ ਨੂੰ। ਇਸ ਲੀਡਰਸ਼ਿਪ ਨੂੰ ਜਦੋਂ ਚੈਲੰਜ ਹੋਇਆ, ਇਹੋ ਹੀ ਉਹ ਸਵੀਕਾਰ ਨਹੀਂ ਕਰ ਰਹੇ, ਇਹੋ ਉਹਨਾਂ ਨੂੰ ਹਜਮ ਨਹੀਂ ਹੋ ਰਿਹਾ। ਉਹ ਦਿਖਾਉਣਾ ਇਹੋ ਹੀ ਚਾਹੁੰਦੇ ਵੀ ਅਸਤੀਫਾ ਅਸੀਂ ਨਾ ਲਈਏ ਤੇ ਇਦਾਂ ਦਾ ਮਾਹੌਲ ਪੈਦਾ ਕਰ ਦਈਏ ਵੀ ਉਹਨੇ ਸਵੈ ਇੱਛਾ ਨਾਲ ਦਿੱਤਾ, ਪਰ ਨਹੀਂ, ਧੌਣ ਤੇ ਗੋਡਾ ਰੱਖਿਆ ਗਿਆ ਹੈਗਾ, ਅਸਤੀਫਾ ਉਹਨਾਂ ਨੂੰ ਦੇਣਾ ਪੈਣਾ। ਅਸਲ ਵਿੱਚ ਕੀ ਆ, ਯੂਪੀ ਦੇ ਵਿੱਚ ਜਿਹੜੀ ਲੜਾਈ ਆ ਉਹ ਮੋਦੀ ਤੇ ਜੋਗੀ ਦੀ ਹੈਗੀ। ਉਹ ਦੋਨਾਂ ਦੀ ਹੰਕਾਰ ਜਿਹੜਾ ਉਹ ਟਕਰਾ ਰਿਹਾ ਹੈਗਾ, ਦੋਨਾਂ ਦੀ ਈਗੋ ਜਿਹੜੀ ਕਲੈਸ਼ ਹੋ ਰਹੀ ਹੈ। ਕਿੰਨੇ ਮੁੱਖ ਮੰਤਰੀ ਇਹਨਾਂ ਨੇ ਬਦਲੇ, ਉੱਤਰਾਖੰਡ ਦੇ 3 ਬਦਲੇ, ਗੁਜਰਾਤ ਦਾ ਬਦਲਿਆ, ਕਰਨਾਟਕਾ ਦਾ ਬਦਲਿਆ, ਕਿਸੇ ਨੇ ਚੋਣ ਨਹੀਂ ਕੀਤੀ। ਜੋਗੀ ਨੂੰ ਵੀ ਉਹਨੇ ਬਦਲਣਾ ਹੀ ਜਦੋਂ ਕਰੋਨਾ ਦੇ ਵਿੱਚ ਉੱਥੇ ਹਾਹਾਕਾਰ ਮਚੀ ਹੋਈ ਸੀ, ਜੋ ਉੱਥੇ ਗੁੰਡਾ ਰਾਜ ਸੀਗਾ। ਪਰ ਉਹ ਜਦੋਂ ਅੜ ਗਿਆ, ਇਹ ਉਹਨਾਂ ਨੂੰ ਵੱਡਾ ਚੈਲੰਜ ਲੱਗਾ ਵੀ ਸਾਡਾ ਬੰਦਾ, ਜਿੱਦਾਂ ਕਹਾਵਤ ਨਹੀਂ, ਸਾਡੀ ਬਿੱਲੀ ਸਾਨੂੰ ਵੀ ਆਊ। ਉਹ ਜਦੋਂ ਅੜ ਗਿਆ, ਉਹ ਫਿਰ ਉਹਨਾਂ ਦੀ ਈਗੋ ਵੀ ਹਰਟ ਹੋਈ। ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਬੰਦੇ ਨੇ ਜੇ ਚੈਲੰਜ ਕਰਤਾ ਹੈਗਾ ਤੇ ਇਹ ਗਾਂ ਲਈ ਸਾਨੂੰ ਭਵਿੱਖ ਲਈ ਵੀ ਖਤਰਾ ਹੋ ਸਕਦਾ, ਇਹ ਵੀ ਇੱਕ ਚਿਹਰਾ ਬਣ ਸਕਦਾ PM ਦਾ। ਜੇ ਇੱਕ ਧਿਰ ਉਭਾਰ ਵੀ ਰਹੀ ਆ ਬਈ ਜਿਹੜਾ ਮੋਦੀ ਦਾ ਜਿਹੜਾ ਬਦਲ ਹੈਗਾ ਉਹ ਜੋਗੀ ਹੈ, ਉਸ ਕਰਕੇ ਇਸ ਜਿਹੜਾ ਦੋਨਾਂ ਦਾ ਟਕਰਾਅ ਹੈਗਾ, ਉਹ ਨਹੀਂ ਚਾਹੁੰਦੇ ਵੀ ਅਸੀਂ ਉੱਥੇ ਜਿਹੜਾ ਹੈਗਾ ਬ੍ਰਾਹਮਣਾਂ ਦਾ ਜਿਹੜਾ ਬੋਲਬਾਲਾ ਹੈਗਾ ਆਬਾਦੀ ਦੇ ਪੱਖ ਤੋਂ ਯੂਪੀ ਦੇ ਵਿੱਚ, ਤੇ ਰਾਜ ਜਿਹੜਾ ਹੈਗਾ ਉਹ ਠਾਕਰਾਂ ਦਾ ਹੈਗਾ। ਠਾਕਰਾਂ ਦੇ ਵਿੱਚ ਇਹ ਜੋਗੀ ਵੀ ਆਉਂਦੇ ਹੈਗੇ ਆ। ਇਸ ਗਿਣਤ ਦੇ ਵਿੱਚ ਉਹ ਫਸ ਗਏ ਹੋਏ ਆ ਜਾਤੀਵਾਦ ਦੇ ਵਿੱਚ, ਕਿਉਂਕਿ ਜਾਤੀਵਾਦ ਦੀ ਸਿਆਸਤ ਨੂੰ ਉਭਾਰ ਕੇ ਹੀ ਭਾਜਪਾ ਜਿਹੜੀ ਦੇਸ਼ ਦੇ ਉੱਤੇ, ਸੂਬਿਆਂ ਦੇ ਉੱਤੇ ਰਾਜ ਕਰਨ ਦੇ ਪੈਟਰਨ ਤੇ ਚੱਲ ਰਹੀ ਹੈ। ਉਹ ਇਸ ਗਿਣਤੀ ਮਿਣਤੀ ਦੇ ਵਿੱਚ ਅਸਤੀਫਾ ਨਹੀਂ ਲੈ ਰਿਹਾ ਵੀ ਜੇ ਇਹ ਅਸਤੀਫਾ ਲੈ ਲਿਆ ਗਿਆ ਮਿਸ਼ਰਾ ਉਹਨਾਂ ਦਾ, ਤਾਂ ਜਿਹੜੀ ਬ੍ਰਾਹਮਣ ਲੌਬੀ ਆ ਉਹ ਸਾਡੇ ਤੋਂ ਗੁੱਸੇ ਨਾਲ ਹੋ ਜਾਵੇ। ਹਾਲਾਂਕਿ ਇਹਦਾ ਮਤਲਬ ਇਹ ਥੋੜ੍ਹਾ ਵੀ ਜੇ ਤੁਸੀਂ ਕਤਲ ਕਰ ਦਿਓ, ਕਿਸੇ ਵੀ ਜਾਤ ਨਾਲ ਸੰਬੰਧਿਤ ਹੋਵੇ, ਤੁਸੀਂ ਉਸ ਗਿਣਤੀ 'ਚ ਨਹੀਂ ਪੈਣਾ ਹੁੰਦਾ, ਜਾਂ ਸੰਵਿਧਾਨ ਨੇ ਉਸ ਗਿਣਤੀ 'ਚ ਨਹੀਂ ਪੈਣਾ ਹੁੰਦਾ। ਉਸ ਗਿਣਤੀ ਦੇ ਵਿੱਚ ਆ ਕੇ ਪੁਲਿਸ ਨੇ ਨਹੀਂ ਆਪਣਾ ਕੰਮ ਰੋਕਣਾ ਹੁੰਦਾ। ਪਰ ਚਲਦੀ ਇੱਥੇ ਸੰਵਿਧਾਨ ਦੀ ਨਹੀਂ ਹੈਗੀ, ਹੁਕਮਰਾਨਾਂ ਦੀ ਚਲਦੀ ਆ, ਉਹਨਾਂ ਦੀ ਰਾਜਨੀਤਿਕ ਇੱਛਾ ਸ਼ਕਤੀ ਮੁਤਾਬਕ ਚਲਦੀ ਆ। ਇਸ ਕਰਕੇ ਉਹਨੂੰ ਹਜੇ ਨਹੀਂ ਹਟਾਇਆ ਜਾ ਰਿਹਾ। ਪਰ ਇਹ ਕੰਮ, ਇਹ ਫੈਸਲਾ, ਇਹ ਪੈਂਤੜਾ ਮੋਦੀ ਨੂੰ ਬਹੁਤ ਭਾਰੀ ਪੈਣਾ। ਜਿਹੜੀ ਆਕੜ ਉਹ ਦਿਖਾ ਰਹੇ ਆ, ਤੁਸੀਂ ਦੇਖੋ ਵੀ ਨੈਤਿਕਤਾ ਨਾਂ ਦੀ ਚੀਜ਼, ਆਪਾਂ ਵਾਰ-ਵਾਰ ਇਹ ਗੱਲ ਕੀਤੀ ਵੀ ਨੈਤਿਕਤਾ ਹੋਣੀ ਚਾਹੀਦੀ ਆ, ਉਹ ਇਹਨਾਂ ਲੀਡਰਾਂ ਦੇ ਵਿੱਚ ਕਿਤੇ ਵੀ ਬਚੀ ਨਹੀਂ, ਜਿਹਦੀਆਂ ਟਾਰਾਂ ਬਹੁਤ ਮਾਰਦੀਆਂ। BJP ਸਭ ਤੋਂ ਵੱਧ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਂਦੀ ਆ, ਦੇਸ਼ ਭਗਤ ਕਹਾਉਂਦੀ ਆ, ਤੇ ਇਹ ਦਾਅਵੇ ਕਰਦੀ ਆ ਕਿ ਯੂਪੀ ਦੇ ਵਿੱਚ ਜਿਹੜਾ ਰਾਮ ਰਾਜ ਲਿਆ ਦਿਆਂਗੇ, ਉੱਥੇ ਜਿਹੜਾ ਜੰਗਲ ਦਾ ਰਾਜ ਆ, ਜਿਹੜੇ ਗੁੰਡਿਆਂ ਦਾ ਰਾਜ ਆ, ਉਹ ਗੁੰਡਿਆਂ ਦੇ ਵਿੱਚ ਮੰਤਰੀ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਹੈਗਾ ਵੀ ਮੈਂ ਪਹਿਲਾਂ ਕਿੱਡਾ ਵੱਡਾ ਗੁੰਡਾ ਸੀ, ਉਹਦਾ ਸੰਕੇਤ ਇਹੋ ਹੀ ਸੀਗਾ ਵੀ ਵਿਧਾਇਕ ਬਣ ਜਾਂ ਸੰਸਦ ਬਣਨ ਤੋਂ ਪਹਿਲਾਂ ਮੈਂ ਕੀ ਸੀਗਾ, ਇਹ ਕਹਿੰਦਾ ਪਤਾ ਹੋਣਾ ਚਾਹੀਦਾ। ਉਹ ਗੱਲ ਫਿਰ ਕਿੱਧਰ ਨੂੰ ਜਾਂਦੀ ਹੈ। ਇਸ ਕਰਕੇ ਜਿਹੜੀ ਗਿਣਤੀ ਮਿਣਤੀ ਦੇ ਵਿੱਚ ਇਹ ਅਸਤੀਫੇ ਨੂੰ ਰੋਕਿਆ ਗਿਆ ਜਾਂ ਲਿਆ ਨਹੀਂ ਜਾ ਰਿਹਾ, ਇਹ BJP ਨੂੰ ਭਵਿੱਖ ਦੇ ਵਿੱਚ ਮਹਿੰਗਾ ਪੈਣਾ। ਇਹ ਲੋਕਾਂ ਦੇ ਨਾਲ ਖਿਲਵਾੜ ਆ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਆ, ਸੰਵਿਧਾਨ ਦੇ ਨਾਲ ਖਿਲਵਾੜ ਆ। ਅੱਛਾ, ਇੱਕ ਚੀਜ਼ ਹੋਰ ਇੱਥੇ ਮੈਂ ਕਰਨੀ ਚਾਹੁੰਦਾ, ਤੁਸੀਂ ਨਾ ਨੈਤਿਕਤਾ ਦੀ ਗੱਲ ਕਰ ਦਿੱਤੀ ਕਿ ਨੈਤਿਕਤਾ ਹੈ ਨਹੀਂ ਆ। ਹੁਣ ਨੈਤਿਕਤਾ ਤਾਂ ਇਹ ਵੀ ਕਹਿੰਦੀ ਸੀ ਕਿ ਜਿਸ ਘਟਨਾ ਤੋਂ ਬਾਅਦ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਵਿਰੋਧੀ ਧਿਰਾਂ ਦੇ तमाम ਲੀਡਰ ਪਹੁੰਚ ਰਹੇ, ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ, ਲੋਕ ਪਹੁੰਚ ਰਹੇ, ਜਿਨ੍ਹਾਂ ਨੂੰ ਤੁਸੀਂ ਰਾਹ ਦੇ ਵਿੱਚ ਰੋਕਿਆ, ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ, ਪਰ ਬਾਅਦ 'ਚ ਇਜਾਜ਼ਤ ਦੇ ਦਿੱਤੀ ਗਈ। ਤੁਹਾਡੀ ਵੀ ਤਾਂ ਜ਼ਿੰਮੇਵਾਰੀ ਬਣਦੀ ਸੀ, 3 ਮੁੱਖ ਮੰਤਰੀ ਆ ਤੁਹਾਡੇ, 2 ਉਪ ਮੁੱਖ ਮੰਤਰੀ ਤੇ 1 ਮੁੱਖ ਮੰਤਰੀ, ਕੀ ਕਿਸੇ ਪੀੜਿਤ ਪਰਿਵਾਰ ਦੇ ਘਰੇ ਗਏ? ਨੈਤਿਕਤਾ ਤਾਂ ਇੰਨੀ ਵੀ ਨਹੀਂ ਆ, ਸੰਵੇਦਨਸ਼ੀਲਤਾ ਤਾਂ ਇੰਨੀ ਵੀ ਨਹੀਂ ਆ, ਉਹਨਾਂ ਨੇ ਕਿਸਾਨਾਂ ਜਾਂ ਪੱਤਰਕਾਰ ਦੇ ਘਰੇ ਤਾਂ ਕੀ ਜਾਣਾ? ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹ 2 ਵਰਕਰ ਤੇ 1 ਡਰਾਈਵਰ ਮਾਰਿਆ ਗਿਆ, ਉਹਦੇ ਪਰਿਵਾਰ ਕੋਲ ਗਏ, ਹੁਣ ਇਹ ਵੀ ਖਬਰ ਨਹੀਂ ਨਿਕਲ ਕੇ ਆਉਂਦੀ।
ਉਹੀ ਦੇਖੋ ਵੀ ਗੈਰ ਸੰਵੇਦਨਸ਼ੀਲਤਾ ਤਾਂ ਇੰਨੀ ਆ ਵੀ ਇਹ ਜਾਣੀ ਕਿ ਰਾਜ ਕਰਨ ਦਾ ਇਹਨਾਂ ਦੇ ਕੋਲ ਕੋਈ ਹੱਕ ਰਿਹਾ ਹੀ ਨਹੀਂ ਹੈਗਾ, ਜਿੱਦਾਂ ਦਾ ਇਹ ਵਿਵਹਾਰ ਕਰ ਰਹੇ ਹੈਗੇ। ਤੁਸੀਂ ਦੇਖੋ ਵੀ ਜਦੋਂ ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਰੇਲ ਮੰਤਰੀ ਹੁੰਦੇ ਸੀ, ਰੇਲ ਦੇਸ਼ ਵਿੱਚ ਹਾਦਸਾ ਹੁੰਦਾ ਰੇਲ ਦਾ, ਉਹ ਥੋੜ੍ਹਾ ਚਲਾ ਰਿਹਾ ਸੀ ਗੱਡੀ, ਮੰਤਰਾਲਾ ਉਹਦੇ ਕੋਲ ਸੀ, ਪਰ ਉਹਨੇ ਨੈਤਿਕ ਤੌਰ ਦੇ ਉੱਤੇ ਅਸਤੀਫਾ ਦਿੱਤਾ ਸੀ। ਇਹ ਹੁੰਦੀ ਆ ਨੈਤਿਕਤਾ ਵੀ ਤੁਸੀਂ ਉਹਦੀ ਜ਼ਿੰਮੇਵਾਰੀ ਲਓ ਵੀ ਸਾਡਾ ਸਿਸਟਮ ਜਿਹੜਾ ਉਹ ਠੀਕ ਨਹੀਂ ਚੱਲਦਾ, ਇਹਦੇ ਜ਼ਿੰਮੇਵਾਰ ਹਾਦਸੇ ਦੇ ਅਸੀਂ ਹੈਗੇ। ਉੱਥੇ ਬੀਜੇਪੀ ਦੇ ਵਰਕਰਾਂ ਕੋਲ ਜੇ ਜਾਂਦੇ ਆ ਤੇ ਫਿਰ ਰੌਲਾ ਪੈ ਜਾਣਾ ਜੀ, ਫਿਰ ਕਿਸਾਨਾਂ ਦੇ ਵਿੱਚ ਕਿਉਂ ਨਹੀਂ ਗਏ, ਫਿਰ ਪੱਤਰਕਾਰ ਦੇ ਤੁਸੀਂ ਕਿਉਂ ਨਹੀਂ ਗਏ। ਇਹਨਾਂ ਦੇ ਜਿੱਦਾਂ ਸੱਪ ਦੇ ਮੂੰਹ 'ਚ ਕੋੜ ਕਿਲੜੀ ਵਾਲੀ ਗੱਲ ਆ, ਬੀਜੇਪੀ ਦੀ ਸਥਿਤੀ ਯੂਪੀ ਦੇ ਵਿੱਚ ਉਹ ਬਣੀ ਹੋਈ ਆ। ਇਹਨਾਂ ਨੂੰ ਡਰ ਜਿਹੜਾ ਹੈਗਾ ਉਹ 24 ਦਾ ਇਸ਼ਤਾਰ ਆ, ਇਹ ਗਿਣਤੀਆਂ ਮਿਣਤੀਆਂ ਵੋਟਾਂ ਦੀਆਂ 'ਚ ਪੈ ਗਏ ਆ, ਬਾਕੀ ਸੰਵਿਧਾਨ ਨੂੰ ਵੀ ਭੁੱਲ ਗਿਆ, ਕਾਨੂੰਨ ਨੂੰ ਵੀ ਭੁੱਲ ਗਿਆ, ਨੈਤਿਕਤਾ ਨੂੰ ਭੁੱਲ ਗਿਆ, ਕੁਛ ਵੀ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਤੁਸੀਂ ਦੇਖੋ 2-3 ਘਟਨਾਵਾਂ ਯੂਪੀ ਦੇ ਵਿੱਚ ਹੀ ਇੱਦਾਂ ਦੀਆਂ ਵਾਪਰੀਆਂ ਜਸਵੀਰ ਜੀ, ਵੀ ਬੰਦਾ ਮਰ ਜਾਂਦਾ ਜਾਂ ਉਹਨੂੰ ਪੁਲਿਸ ਮਾਰ ਦਿੰਦੀ ਆ, ਜਿਹੜੀ CCTV ਦੀ ਫੁਟੇਜ ਹੈਗੀ ਆ, ਪੀੜਤ ਕੋਲ ਮੁੱਖ ਮੰਤਰੀ ਨਹੀਂ ਜਾਂਦਾ, ਪੀੜਤਾਂ ਨੂੰ ਸੱਦਿਆ ਜਾਂਦਾ ਵੀ ਤੁਸੀਂ ਮੁੱਖ ਮੰਤਰੀ ਨੂੰ ਆ ਕੇ ਮਿਲ ਲਓ, ਤੁਹਾਡਾ ਦੁੱਖ ਸਾਂਝਾ ਕਰ ਲਈਏ। ਇੱਦਾਂ 2 ਵਾਰੀ ਹੋਇਆ, 2 ਘਟਨਾਵਾਂ 'ਚ ਪੀੜਤਾਂ ਨੂੰ ਸੱਦਿਆ ਗਿਆ ਵੀ ਤੁਸੀਂ ਮੁੱਖ ਮੰਤਰੀ ਕੋਲ ਮਿਲ ਲਓ, ਉਹ ਤੁਹਾਨੂੰ ਦੁੱਖ ਸਾਂਝਾ ਕਰਨਾ ਚਾਹੁੰਦੇ। ਹਾਂ, ਫਿਰ ਐਡੀ ਬੇਸ਼ਰਮੀ ਦਿਖਾਤੀ ਬੀਜੇਪੀ ਨੇ ਯੂਪੀ ਦੇ ਵਿੱਚ ਵੀ ਜਿਹੜਾ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਉਹਦੇ ਹੋਰਡਿੰਗ ਬੋਰਡ ਲਾਤੇ ਇਹਨਾਂ ਨੇ ਵੀ ਧੰਨਵਾਦ ਦੇ, ਵੀ ਤੁਸੀਂ ਜਿਹੜਾ ਸਾਡਾ ਬੰਦਾ ਆ ਮਰ ਗਿਆ ਸੀਗਾ ਤੇ ਤੁਸੀਂ ਮੁਆਵਜ਼ਾ ਦਿੱਤਾ ਯੋਗੀ ਸਰਕਾਰ ਨੇ, ਯੋਗੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਇਹ ਇਦੋਂ ਵੱਡੀ ਕੋਈ ਬੇਸ਼ਰਮੀ ਹੋ ਸਕਦੀ ਇਸ ਦੇਸ਼ ਦੇ ਵਿੱਚ? ਉਹਨਾਂ ਲੋਕਾਂ 'ਚ ਜਿਹੜੇ ਤੁਸੀਂ ਦੇਖੋ ਹੁਣ ਲਾਇਆ ਗਿਆ, ਉਹ ਬੋਰਡ ਹੁਣ ਲਾਇਆ ਗਿਆ ਜਦੋਂ ਉਹਦੀ ਆਲੋਚਨਾ ਹੋਣ ਲੱਗ ਪਈ, ਨਹੀਂ ਤਾਂ ਇਹ ਇੱਕ ਟ੍ਰੈਂਡ ਚੱਲ ਪੈਣਾ ਸੀ, ਇੱਦਾਂ ਦੇ ਬੋਰਡ ਲੱਗਣ ਲੱਗ ਪੈਣੇ ਸੀ ਤੇ ਗੱਲ ਉਧਰ ਨੂੰ ਚਲ ਜਾਣੀ ਸੀ ਵੀ ਬੰਦਾ ਮਰ ਗਿਆ ਮੁਆਵਜ਼ਾ ਲੈ ਲਓ, ਤੇ ਤੁਹਾਡੀ ਉਹਦੇ ਵਿੱਚ ਵੀ ਬੱਲੇ ਬੱਲੇ। ਜਾਣੀ ਕਿ ਉਹੀ ਗੱਲ ਘੁੰਮ ਘੁਮਾ ਕੇ ਹਰ ਪਾਸਿਓਂ ਆਉਂਦੀ ਆ ਵੀ ਇਹਨਾਂ 'ਚ ਨੈਤਿਕਤਾ ਨਾਂ ਦੀ ਕੋਈ ਵੀ ਚੀਜ਼ ਰੱਤੀ ਭਰ ਵੀ ਇਹਨਾਂ ਦੇ ਖੂਨ ਵਿੱਚ ਨਹੀਂ ਰਹੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਚਿੱਤ ਵੀ ਮੇਰੀ, ਪੱਟ ਵੀ ਮੇਰੀ, ਅੰਟਾ ਮੇਰੇ ਬਾਪ ਕਾ। ਮਤਲਬ ਪਹਿਲਾਂ ਤੁਸੀਂ ਦਰਦ ਦਿੰਦੇ ਹੋ, ਲੋਕਾਂ ਨੂੰ ਮਾਰ ਦਿੰਦੇ ਹੋ, ਪੁਲਿਸ ਕਸਟਡੀ ਦੇ ਵਿੱਚ ਮਾਰੇ ਜਾਂਦੇ ਆ, ਫਿਰ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੰਦੇ ਹੋ ਤੇ ਉਸ ਮੁਆਵਜ਼ੇ ਦੇ ਪੋਸਟਰ ਲਾ ਕੇ ਆਪਣੀ ਬੱਲੇ ਬੱਲੇ ਵੀ ਕਰਵਾ ਲੈਂਦੇ ਹੋ। ਗਲਤੀ ਕਰਦੇ ਹੋ, ਗਲਤੀ ਤੇ ਪਰਦਾ ਪਾਉਣ ਲਈ ਜਿਹੜੀ ਚੀਜ਼ ਕੀਤੀ ਜਾਂਦੀ ਆ ਉਹਦਾ ਪ੍ਰਚਾਰ ਵੀ ਫਿਰ ਕਰਦੇ ਹੋ ਕਿ ਸਾਡੇ ਪੱਖ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਜਾਣ। ਫਿਲਹਾਲ ਇਹ ਹੁਣ ਦੇਖਣਾ ਹੋਏਗਾ ਕਿ ਕਿਸਾਨ ਜਥੇਬੰਦੀਆਂ ਕਿਹੋ ਜਿਹਾ ਫੈਸਲਾ ਕਰਦੀਆਂ ਨੇ ਤੇ ਉਸ ਫੈਸਲੇ ਦਾ ਪ੍ਰਭਾਵ ਤੇ ਦਬਾਅ ਆਉਣ ਵਾਲੇ ਸਮੇਂ 'ਚ ਕੀ ਭਾਰਤੀ ਜਨਤਾ ਪਾਰਟੀ ਦੀ ਯੂਪੀ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੇ ਬਣ ਪਾਉਂਦਾ ਆ, ਜਾਂ ਗੱਲ ਉਸੇ ਤਰੀਕੇ ਨਾਲ ਚੱਲਦੀ ਹੈ ਜਿਵੇਂ ਪਹਿਲਾਂ ਚੱਲਦੀ ਸੀਗੀ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਆਈ ਹੈ। ਫਿਲਹਾਲ ਇਹ ਵਕਤ ਦੇ ਗਰਭ ਦੇ ਵਿੱਚ ਹੈ, ਪਰ ਜਸਵੀਰ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਤੁਸੀਂ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।